नमस्कार दोस्तों, पिछले ਲੈਕਚਰ ਦੇ ਵਿੱਚ ਆਪਾਂ ਚਤੁਰਭੁਜਾਂ ਬਾਰੇ ਟੌਪਿਕ ਤੇ ਗੱਲ ਕੀਤੀ ਸੀ। ਆਪਾਂ ਸਮਾਂਤਰ ਚਤੁਰਭੁਜ ਅਤੇ ਆਇਤ ਦੋਹਾਂ ਨਾਲ ਸੰਬੰਧਿਤ ਗੱਲ ਕੀਤੀ ਸੀ। ਕੀ ਗੱਲ ਕੀਤੀ ਸੀ? ਸਮਾਂਤਰ ਚਤੁਰਭੁਜ ਮੈਂ ਥੋੜਾ ਜਿਹਾ ਸ਼ਾਰਟ ਫਾਰਮਸ ਲਿਖੂੰਗਾ ਕਿਉਂਕਿ ਆਪਾਂ ਕੁਐਸਚਨਾਂ ਦੇ ਅਕੋਰਡਿੰਗ ਲਿਖ ਰਹੇ ਹਾਂ, ਕੁਐਸਚਨਾਂ ਨੂੰ ਕਿਵੇਂ ਸੋਲਵ ਕਰਨਾ ਹੈ। ਸਮਾਂਤਰ ਚਤੁਰਭੁਜ ਸਨਮੁਖ ਭੁਜਾਵਾਂ ਬਰਾਬਰ, ਜਾਂ ਤਾਂ ਆਪਾਂ ਇਹਦੀ ਗੱਲ ਕਰਦੇ ਸੀ, ਕੱਲਾ ਇਹਨੂੰ ਸਿੱਧ ਕਰਦੇ ਸੀ, ਜਾਂ ਸਨਮੁਖ ਭੁਜਾਵਾਂ ਸਮਾਂਤਰ, ਇਸ ਤੇ ਆਪਾਂ ਗੱਲ ਕਰਦੇ ਸੀ। ਉਸ ਤੋਂ ਬਾਅਦ ਆਇਤ ਸਮਾਂਤਰ ਚਤੁਰਭੁਜ ਦਾ ਹੀ ਰੂਪ ਸੀ। ਉਹ ਸਮਾਂਤਰ ਚਤੁਰਭੁਜ ਜਿਸ ਦਾ ਇੱਕ ਕੋਣ 90, दो पार्ट देखो, परिभाषा जो हैगी है ਉਹਦੇ ਅਕੋਰਡਿੰਗ ਇਹਦਾ ਟੌਪਿਕ ਚੱਲ ਰਿਹਾ ਹੈ। ਤਾਂ ਉਹ ਆਪਣੇ ਕੋਲੇ ਕੀ ਹੁੰਦੀ ਸੀ? ਆਇਤ, ਜਾਂ ਸਾਰੇ ਕੋਣ 90 ਡਿਗਰੀ, ਉਹ ਆਪਣੇ ਕੋਲ ਕੀ ਹੁੰਦੀ ਸੀ? ਆਇਤ। ਅੱਜ ਆਪਾਂ ਅਗਲੀਆਂ ਦੋਨੋਂ ਚਤੁਰਭੁਜ ਤੇ ਗੱਲ ਕਰਾਂਗੇ, ਸਮ ਚਤੁਰਭੁਜ ਅਤੇ ਵਰਗ ਤੇ। ਹੁਣ ਆਪਾਂ ਜੋ ਗੱਲ ਕਰਨ ਜਾ ਰਹੇ ਹਾਂ ਸਮ ਚਤੁਰਭੁਜ, ਰੋਮਬਸ। ਸਮ ਚਤੁਰਭੁਜ ਕੀ ਹੁੰਦੀ ਹੈ? ਉਹ ਸਮਾਂਤਰ ਚਤੁਰਭੁਜ ਜਿਸ ਦੀਆਂ ਲਾਗਵੀਆਂ ਭੁਜਾਵਾਂ ਬਰਾਬਰ ਹੋਣ। ਉਹ ਸਮਾਂਤਰ ਚਤੁਰਭੁਜ ਜਿਸ ਦੀਆਂ ਲਾਗਵੀਆਂ ਭੁਜਾਵਾਂ ਬਰਾਬਰ ਹੋਣ, ਉਹਨੂੰ ਕੀ ਬੋਲਦੇ ਨੇ? ਸਮ ਚਤੁਰਭੁਜ ਬੋਲਦੇ ਆ। ਤਾਂ ਫਿਰ ਦੇਖੋ, ਆਇਤ ਕੀ ਸੀ? ਉਹ ਸਮਾਂਤਰ ਚਤੁਰਭੁਜ ਜਿਸ ਦਾ ਇੱਕ ਕੋਣ 90 ਡਿਗਰੀ ਹੋਵੇ, ਉਹ ਆਇਤ ਹੁੰਦੀ ਹੈ। ਤੇ ਸਮ ਚਤੁਰਭੁਜ ਕੀ ਹੋ ਗਈ? ਉਹ ਸਮਾਂਤਰ ਚਤੁਰਭੁਜ ਜਿਸ ਦੀਆਂ ਲਾਗਵੀਆਂ ਭੁਜਾਵਾਂ ਬਰਾਬਰ ਹੋਣ, ਉਹ ਸਮ ਚਤੁਰਭੁਜ ਹੁੰਦੀ ਹੈ। ਤਾਂ ਜਦੋਂ ਆਪਾਂ ਕੁਐਸਚਨਾਂ ਦੇ ਵਿੱਚ ਸਮ ਚਤੁਰਭੁਜ ਨੂੰ ਸਿੱਧ ਕਰਾਂਗੇ ਤਾਂ ਆਪਾਂ ਦੋ ਚੀਜ਼ਾਂ ਨੂੰ ਸਿੱਧ ਕਰਨਾ ਹੈ। ਪਹਿਲੀ, ਸਮਾਂਤਰ ਚਤੁਰਭੁਜ, ਪਹਿਲੀ ਤਾਂ ਹੀ ਸਿੱਧ ਕਰਨੀ ਹੈ ਨਾ। ਦੂਸਰੀ, ਲਾਗਵੀਆਂ ਭੁਜਾਵਾਂ ਬਰਾਬਰ। ਲਾਗਵੀਆਂ ਭੁਜਾਵਾਂ ਬਰਾਬਰ ਉਹ ਕਿਹੜੀ ਹੁੰਦੀ ਹੈ? ਸਮ ਚਤੁਰਭੁਜ ਹੁੰਦੀ ਹੈ। ਇੱਕ ਆਪਾਂ ਵਿਕਰਨਾਂ ਦੀ ਗੱਲ ਕੀਤੀ ਸੀ। ਇਹਦੀ ਖਾਸੀਅਤ, ਵਿਕਰਨ ਇੱਕ ਦੂਜੇ ਨੂੰ ਸਮਦੋਭਾਜਿਤ ਕਰਦੇ ਹਨ, ਇਹਦੀ ਖਾਸੀਅਤ। ਹੁਣ ਕਿਉਂਕਿ ਆ ਵੀ ਸਮਾਂਤਰ ਚਤੁਰਭੁਜ ਹੈ, ਇਹਦੇ ਵੀ ਕਰਨਗੇ, ਆ ਵੀ ਸਮਾਂਤਰ ਚਤੁਰਭੁਜ ਹੈ, ਇਹਦੇ ਵੀ ਕਰਨਗੇ। ਤਾਂ ਕਲੀਅਰ ਹੈ, ਇਹਦੇ ਵਿੱਚ ਯਾਦ ਰੱਖਣ ਦੀ ਲੋੜ ਨਹੀਂ ਕਿਉਂਕਿ ਆਇਤ ਅਤੇ ਸਮ ਚਤੁਰਭੁਜ ਸਮਾਂਤਰ ਚਤੁਰਭੁਜ ਦੇ ਹੀ ਭਾਗ ਨੇ ਅੱਗੇ। ਪਰ ਇਹਦੇ ਵਿੱਚ ਇੱਕ ਡਿਸਟਿੰਕਸ਼ਨ ਆ ਗਈ ਸੀ। ਕੀ ਆ ਗਈ ਸੀ? ਯਾਦ ਕਰੋ ਕਿ ਜਿਹੜੇ ਵਿਕਰਨ ਨੇ ਉਹ ਕੀ ਹੁੰਦੇ ਨੇ? ਬਰਾਬਰ ਹੁੰਦੇ ਨੇ। ਸਮਦੋਭਾਜਿਤ ਤਾਂ ਕਰਨਗੇ ਕਿਉਂਕਿ ਸਮਾਂਤਰ ਚਤੁਰਭੁਜ ਹੈ, ਪਰ 90 ਡਿਗਰੀ ਕਰਕੇ ਕੀ ਖਾਸੀਅਤ ਹੋ ਗਈ? 90 ਡਿਗਰੀ ਕਰਕੇ ਵਿਕਰਨ ਕੀ ਹੋ ਗਏ? ਬਰਾਬਰ ਹੋ ਗਏ। ਹੁਣ ਇੱਥੇ ਕੀ ਖਾਸੀਅਤ ਹੈ? ਸਮਦੋਭਾਜਿਤ ਕਰਨਗੇ ਪਰੰਤੂ ਇੱਥੇ ਖਾਸੀਅਤ ਕੀ ਹੋ ਗਈ? ਵਿਕਰਨ ਇੱਕ ਦੂਜੇ ਨੂੰ 90 ਡਿਗਰੀ ਤੇ ਸਮਦੋਭਾਜਿਤ ਕਰਦੇ ਹਨ। ਕੀ ਫਰਕ ਪਿਆ ਇਸ ਚੀਜ਼ ਦਾ? ਮਤਲਬ ਜਦੋਂ ਸਮਦੋਭਾਜਿਤ ਕਰਨਗੇ ਤਾਂ ਉੱਥੇ 90 ਡਿਗਰੀ ਦਾ ਕੋਣ ਪਊਗਾ। ਅੱਜ ਆਪਾਂ ਇਸ ਤੇ ਗੱਲ ਕਰਾਂਗੇ। ਦੇਖੋ, ਜਦੋਂ ਕੋਣ 90 ਆਇਆ ਤਾਂ ਇਹ ਬਰਾਬਰ ਹੋ ਗਏ। ਜਦੋਂ ਲਾਗਵੀਆਂ ਭੁਜਾਵਾਂ ਬਰਾਬਰ ਆਈਆਂ, ਇਹ 90 ਡਿਗਰੀ ਤੇ ਕੀ ਕਰਕੇ? ਸਮਦੋਭਾਜਿਤ ਕਰਕੇ। ਆਪਾਂ ਹੁਣ ਜਿਹੜੀ ਗੱਲ ਕਰਨੀ ਹੈ, ਆਪਾਂ ਇਸ ਤੇ ਗੱਲ ਕਰਨੀ ਹੈ। ਤਾਂ ਦੇਖੋ, ਆਪਣਾ ਪਹਿਲਾ ਜੋ ਕੁਐਸਚਨ ਹੈ, ਹੁਣ ਜੋ ਪਹਿਲੀ ਥਿਓਰਮ ਹੈ ਜੋ ਆਪਾਂ ਹੁਣ ਗੱਲ ਕਰਨ ਜਾ ਰਹੇ ਹਾਂ, ਉਹ ਕੀ ਹੈ? ਦੇਖੋ, ਪਹਿਲੀ ਥਿਓਰਮ ਕਹਿ ਲਓ ਜਾਂ ਪਹਿਲਾ ਰਿਜ਼ਲਟ ਕਹਿ ਲਓ, ਉਹ ਕੋਈ ਫਰਕ ਨਹੀਂ ਪੈਂਦਾ। ਤਾਂ ਕੁਐਸਚਨ ਹੈ ਆਪਣੇ ਕੋਲੇ, ਰਿਜ਼ਲਟ ਹੈ, ਸਿੱਧ ਕਰੋ सम चतुर्भुज दे विकर्ण
ਆਪਸ ਵਿੱਚ ਇੱਕ ਦੂਸਰੇ ਨੂੰ 90 ਡਿਗਰੀ ਜਾਂ ਲੰਬ ਲਿਖ ਸਕਦੇ ਨੇ ਤੇ ਸਮਦੁਭਾਜਿਤ ਕਰਦੇ ਹਨ। ਆਪਣੇ ਕੋਲੇ ਕੁਐਸਚਨ ਹੈ ਜਿਸ ਤੇ ਆਪਾਂ ਹੁਣ ਗੱਲ ਕਰਨੀ ਹੈ। ਤਾਂ ਹੱਲ ਸ਼ੁਰੂ ਕਰੀਏ। ਆਪਾਂ ਨੂੰ ਦਿੱਤੀ ਹੋਈ ਹੈ ਸਮਚਤੁਰਭੁਜ। ਮੰਨ ਲਓ A B C D ਇੱਕ ਸਮਚਤੁਰਭੁਜ ਹੈ ਤੇ ਜਦੋਂ ਸਮਚਤੁਰਭੁਜ ਹੈ ਤਾਂ ਉਹਦੀ ਪਰਿਭਾਸ਼ਾ 'ਚ ਕੀ ਹੋ ਗਿਆ? ਇੱਕ ਤਾਂ ਇਹ ਸਮਾਂਤਰ ਚਤੁਰਭੁਜ ਹੋਣੀ ਹੈ, ਨੰਬਰ 2 ਲਾਗਵੀਆਂ ਭੁਜਾਵਾਂ ਕੀ ਹੋਣੀਆਂ ਨੇ? ਬਰਾਬਰ, ਕਿਉਂਕਿ ਸਮਚਤੁਰਭੁਜ ਦਾ ਮਤਲਬ ਆ ਦੋਨੇ ਹੋ ਗਏ। ਠੀਕ, ਸਿੱਧ ਕੀ ਕਰਨਾ ਹੈ? ਜੋ ਵਿਕਰਨ ਨੇ ਇੱਕ ਦੂਸਰੇ ਨੂੰ, ਇੱਥੇ ਆਪਾਂ ਸਪੋਜ਼ O ਤੇ ਕੱਟਦੇ ਨੇ 90 ਡਿਗਰੀ ਤੇ। ਕਹਿਣ ਦਾ ਮਤਲਬ ਇਹ ਹੈ ਕਿ ਜਿਹੜਾ ਇੱਥੇ ਕੋਣ ਬਣੂਗਾ ਉਹ 90 ਡਿਗਰੀ ਦਾ ਬਣੂਗਾ। ਆਪਾਂ ਇਹ ਸਿੱਧ ਕਰਨਾ ਹੈ ਤੇ ਫਿਰ ਕੀ ਕਰਾਂਗੇ? ਸਰਵੰਗ ਸਮਤਾ। ਇੱਕ ਤਿਕੋਣ ਆਹ, ਇੱਕ ਤਿਕੋਣ ਆਹ, ਤਿਕੋਣ AOB ਅਤੇ ਤਿਕੋਣ AOD ਵਿੱਚ ਲਾਗਵੀਆਂ ਭੁਜਾਵਾਂ ਬਰਾਬਰ AB ਬਰਾਬਰ ਹੈ AD। ਆ ਸਾਂਝੀ ਆ ਗਈ, AO ਬਰਾਬਰ ਹੈ AO, ਸਾਂਝੀ ਭੁਜਾ। ਤੀਸਰੀ, ਕਿਉਂਕਿ ਇਹ ਸਮਾਂਤਰ ਚਤੁਰਭੁਜ ਹੈ ਤਾਂ ਖਾਸੀਅਤ ਕੀ ਹੋਗੀ? ਵਿਕਰਨ ਆਪਸ ਵਿੱਚ ਇੱਕ ਦੂਜੇ ਨੂੰ ਸਮਦੁਭਾਜਿਤ ਕਰਦੇ ਹਨ। OB ਬਰਾਬਰ ਹੈ OD, ਕਿਉਂਕਿ ਵਿਕਰਨ ਇੱਕ ਦੂਜੇ ਨੂੰ ਦੋ ਬਰਾਬਰ ਭਾਗਾਂ 'ਚ ਵੰਡਦੇ ਹਨ। ਤਾਂ ਤਿਕੋਣ ਹੋ ਗਈਆਂ ਸਰਵੰਗ ਸਮ। S S S ਤਿੰਨੇ ਭੁਜਾ ਸਿਧਾਂਤ ਦੇ ਨਾਲ। ਹੁਣ ਤਿਕੋਣਾ ਸਰਵੰਗ ਸਮ ਹੋ ਗਈਆਂ ਤਾਂ ਆਹ ਕੋਣ ਆਪਾਂ ਉਹਦੇ ਨਾਮ ਦੇ ਦਿੰਦੇ ਆ 1 ਅਤੇ 2। ਤਾਂ ਕੋਣ 1 ਬਰਾਬਰ ਹੈ ਕੋਣ 2, CPCT। CPCT ਕੀ ਸੀ? ਸਰਵੰਗ ਸਮ ਤਿਕੋਣਾਂ ਦੇ ਸੰਗਤ ਭਾਗ। ਪਰੰਤੂ ਆ ਇੱਕ ਸਿੱਧੀ ਰੇਖਾ ਆ ਗਈ BD, ਇੱਕ ਸਰਲ ਜਾਂ ਸਿੱਧੀ ਰੇਖਾ ਹੈ। ਜੇ ਉਹ ਸਿੱਧੀ ਰੇਖਾ ਹੈ ਤਾਂ ਉੱਥੇ ਕੋਣ ਕਿੰਨੇ ਦਾ ਬਣੂਗਾ? 180 ਦਾ। ਤੇ ਇਹ ਕਾਹਦੇ ਲਈ? ਕਿਉਂਕਿ ਉਹਦੇ ਦੋ ਕੋਣ ਹੈ। ਇਹ ਹੋ ਗਿਆ ਰੇਖੀ ਜੋੜਾ। ਪਰੰਤੂ ਦੋਨੇ ਕੋਣ ਬਰਾਬਰ ਨੇ ਤਾਂ 1 + 1 180, ਦੋ ਕੋਣ 1 ਬਰਾਬਰ 180। ਕੋਣ 1 ਕਿੰਨਾ ਆ ਗਿਆ? 180/2 90। ਤੇ ਜੇ ਕੋਣ 1 ਵੀ 90 ਹੈ ਤਾਂ ਕੋਣ 2 ਵੀ ਕੀ ਹੋਣਾ ਹੈ? 90। ਤਾਂ ਇਹ ਸਾਰੇ ਕੋਣ ਕੀ ਹੋਣਗੇ? 90 ਡਿਗਰੀ ਦੇ। ਤਾਂ ਇਹ ਕੀ ਹੋ ਗਿਆ ਫਿਰ? ਵਿਕਰਨ ਇੱਕ ਦੂਜੇ ਨੂੰ ਪਹਿਲਾਂ ਹੀ ਦੋ ਬਰਾਬਰ ਭਾਗਾਂ 'ਚ ਵੰਡਦੇ ਸੀ, ਹੁਣ ਸ਼ਰਤ ਕੀ ਆ ਗਈ? ਉਹ 90 ਡਿਗਰੀ ਤੇ ਵੰਡ ਰਹੇ ਨੇ। ਤਾਂ ਇਹ ਦੇਖੋ ਆਪਣੇ ਕੋਲੇ ਥਿਓਰਮ ਹੋ ਗਈ, ਜ਼ਿਆਦਾ ਰਿਜ਼ਲਟ ਹੋ ਗਿਆ ਜਿਸ ਨੂੰ ਆਪਾਂ ਯੂਜ਼ ਕਰਾਂਗੇ ਕਿ ਸਮਚਤੁਰਭੁਜ ਦੇ ਵਿਕਰਨ ਆਪਸ ਵਿੱਚ ਇੱਕ ਦੂਸਰੇ ਨੂੰ ਲੰਬ ਤੇ ਸਮਦੁਭਾਜਿਤ ਕਰਦੇ ਹਨ। ਹੁਣ ਆਪਾਂ ਅਗਲੇ ਕੁਐਸਚਨ ਤੇ ਚੱਲਦੇ ਹਾਂ ਜੋ ਉਲਟਾ ਹੈ। ਇੱਥੇ ਆਪਾਂ ਨੂੰ ਸਮਚਤੁਰਭੁਜ ਦਿੱਤੀ ਹੋਈ ਸੀ, ਆਪਾਂ ਸਿੱਧ ਕਰਨਾ ਹੈ ਕਿ ਜੋ ਵਿਕਰਨ ਹੈ 90 ਡਿਗਰੀ ਤੇ ਸਮਦੁਭਾਜਿਤ ਕਰਦੇ ਹੈ। ਹੁਣ ਉਲਟਾ ਕੀ ਹੈ ਦੇਖੋ, ਸਿੱਧ ਕਰੋ ਇੱਕ ਚਤੁਰਭੁਜ ਦੇ ਵਿਕਰਨ, ਇੱਕ ਚਤੁਰਭੁਜ ਦੇ ਵਿਕਰਨ ਜੇ ਸਮਕੋਣ ਤੇ ਸਮਦੁਭਾਜਿਤ ਕਰਦੇ ਹਨ ਤਾਂ ਉਹ ਸਮਚਤੁਰਭੁਜ ਹੈ। ਕੀ ਹੋ ਗਿਆ? ਕੁਐਸਚਨ ਆਪਣਾ ਉਲਟਾ ਹੋ ਗਿਆ। ਸਮਚਤੁਰਭੁਜ ਉਰੇ ਆਪਾਂ ਸਿੱਧ ਕਰਨੀ ਹੈ। ABCD ਇੱਕ ਚਤੁਰਭੁਜ ਲੈ ਕੇ ਚੱਲਦੇ ਹਾਂ। ਹਲ ABCD ਇੱਕ ਚਤੁਰਭੁਜ ਹੈ। ਬਿਲਕੁਲ ਜੋ ਸਟੇਟਮੈਂਟ ਦਿੱਤੀ ਹੋਈ ਹੈ ਉਹਦੇ ਹਿਸਾਬ ਨਾਲ ਕੰਮ ਕਰਨਾ ਹੈ, ਜਿਸ ਵਿੱਚ ਵਿਕਰਨ, ਜਿਸ ਦੇ ਵਿਕਰਨ AC ਅਤੇ BD ਆਪਸ ਵਿੱਚ
ਸਮਕੋਣ 90 ਡਿਗਰੀ ਤੇ ਸਮਦੁਭਾਜਿਤ ਕਰਦੇ ਹਨ। ਆਪਾਂ ਨੂੰ ਜੋ ਸਟੇਟਮੈਂਟ ਦਿੱਤੀ ਹੋਈ ਹੈ ਆਪਾਂ ਕੀ ਕਰ ਲਿਆ, ਉਹ ਲਿਖ ਲਿਆ ਨਾ। ਹੁਣ ਆਪਾਂ ਸਿੱਧ ਕੀ ਕਰਨਾ ਹੈ ਕਿ ਇਹ ਆਪਣੇ ਕੋਲੇ ਸਮਚਤੁਰਭੁਜ ਹੈ। ਆਪਾਂ ਇਹ ਸਿੱਧ ਕਰਨਾ ਹੈ, ठीक। ਤੇ ਸਮਚਤੁਰਭੁਜ ਸਿੱਧ ਕਰਨਾ मतलब ਕੀ ਹੈ, ਆਪਾਂ ਕੀ ਸਿੱਧ ਕਰਨਾ ਹੈ, ਇੱਕ ਸਮਾਂਤਰ ਚਤੁਰਭੁਜ, ਇੱਕ ਲਾਗਮੀਆਂ ਭੁਜਾਵਾਂ। ਦੇਖੋ ਬਿਲਕੁਲ ਜੋ परिभाषा है ਉਵੇਂ ਗੱਲ ਕਰ ਰਹੇ ਹਾਂ। ਆਇਤ ਹੁੰਦਾ ਸਮਾਂਤਰ ਚਤੁਰਭੁਜ, ਇੱਕ ਕੋਣ 90। ਹੁਣ ਆਪਾਂ ਸਭ ਤੋਂ ਪਹਿਲਾਂ ਸ਼ਰਤ ਕੀ ਆਪਣੀ, ਆਪਾਂ ਸਮਾਂਤਰ ਚਤੁਰਭੁਜ ਤੇ ਗੱਲ ਕਰਨੀ ਹੈ, ठीक। ਆਹ ਲਾਈਨ ਕੀ ਲਿਖੀ ਹੈ, ਜਿਹੜੇ ਵਿਕਰਨ ਨੇ ਆਪਸ ਵਿੱਚ ਸਮਦੁਭਾਜਿਤ ਕਰਦੇ। ਆਪਾਂ ਕੀ ਗੱਲ ਕੀਤੀ ਸੀ, ਅਗਰ ਸਮਾਂਤਰ ਚਤੁਰਭੁਜ ਹੈ ਤਾਂ ਵਿਕਰਨ ਇੱਕ ਦੂਜੇ ਨੂੰ ਸਮਦੁਭਾਜਿਤ ਕਰਦੇ ਆ ਤੇ ਉਲਟਾ ਵੀ ਸਹੀ ਹੈ। ਤਾਂ ਹੁਣ ਕੀ ਦਿੱਤਾ ਹੈ ਕਿ ABCD ਦੇ ਵਿਕਰਨ, ਮੈਂ 90 ਡਿਗਰੀ ਤੇ ਨਹੀਂ ਲਿਖ ਰਿਹਾ, ਇਹਨੂੰ ਮੈਂ ਇੱਕ ਵਾਰ ਡ੍ਰੌਪ ਕਰ ਰਿਹਾ, ਸਿਰਫ ਬਾਕੀ ਲਾਈਨ ਲਿਖ ਰਿਹਾ, ਦੇ ਵਿਕਰਨ ਆਪਸ ਵਿੱਚ ਸਮਦੁਭਾਜਿਤ ਕਰਦੇ ਹਨ। ਤਾਂ ਫਿਰ ਕੀ ਹੋ ਗਿਆ, ABCD ਇੱਕ ਸਮਾਂਤਰ ਚਤੁਰਭੁਜ ਹੈ। ਦੇਖੋ ਦੋਨੇ ਉਲਟਾ ਸਹੀ ਨੇ। ਆਪਾਂ ਹੁਣ ਤੱਕ ਕੀ ਗੱਲ ਕੀਤੀ ਹੈ, ਜੇ ਸਮਾਂਤਰ ਚਤੁਰਭੁਜ ਹੈ ਤਾਂ ਵਿਕਰਨ ਇੱਕ ਦੂਜੇ ਨੂੰ ਦੋ ਬਰਾਬਰ ਭਾਗਾਂ 'ਚ ਵੰਡਦੇ ਆ ਜਾਂ ਸਮਦੁਭਾਜਿਤ ਕਰਦੇ ਆ, ਪਰ ਉਲਟਾ ਵੀ ਸਹੀ ਹੈ, ਜੇ ਵਿਕਰਨ ਸਮਦੁਭਾਜਿਤ ਕਰਦੇ ਹੈ ਤਾਂ ਜਿਹੜੀ ਚਤੁਰਭੁਜ ਸਮਾਂਤਰ ਚਤੁਰਭੁਜ ਹੋਣੀ ਹੈ। ਪਹਿਲਾ ਕੰਮ ਆਪਣਾ ਹੋ ਗਿਆ। ਹੁਣ ਆਪਾਂ ਸਿੱਧ ਕਰਨਾ ਲਾਗਮੀਆਂ ਭੁਜਾਵਾਂ ਬਰਾਬਰ ਇਹਨਾਂ ਦੋਹਾਂ ਨੂੰ। ਕੀ ਕਰਾਂਗੇ ਫਿਰ, ਦੇਖੋ ਆ 90 ਦੇ ਰੱਖਿਆ, ਨਿਸ਼ਾਨ ਲਗਾने शुरू करो डायग्राम 'ਚ। ਸਮਦੁਭਾਜਿਤ ਕਰਕੇ ਦੋ ਬਰਾਬਰ ਭਾਗਾਂ 'ਚ ਵੰਡਦੇ ਹੈ। ਆ ਦੋ ਤਿਕੋਣਾਂ ਨੂੰ ਕੀ ਕਰਦੇ, ਸਰਵੰਗ ਸਮ ਕਰ ਦਈਏ। ਇਹ ਹੋ ਗਿਆ ਉਹ। ਤਾਂ ਦੂਸਰੇ ਪਾਰਟ ਲਈ ਤਿਕੋਣ AOD ਅਤੇ ਤਿਕੋਣ AOB ਵਿੱਚ AO ਸਾਂਝਾ, OD ਬਰਾਬਰ OB, क्योंकि विकर्ण एक दूजे ਨੂੰ दो बराबर भागों में वंडते हैं, उरे नाम देता। कोण एक बराबर कोण 2 90, क्यों 90 डिग्री ते ये दोनों आपां नूं दे रखे है ना। तो फिर ਇਹਦਾ मतलब की हो गया, तिकोना की हो गया सर्वंग सम। शर्त SAS, अगर तिकोना सर्वंग सम ने, ਜਿਹੜੇ ਉਹਨਾਂ ਦੇ ਸੰਗਤ ਭਾਗ ਨੇ ਉਹ ਕੀ ਹੋਣਗੇ, ਬਰਾਬਰ ਹੋਣਗੇ। ਤਾਂ ਦੇਖੋ ਚਤੁਰਭੁਜ ਇੱਕ ਸਮਾਂਤਰ ਬਣ ਗਈ ਜਿਹਦੇ ਵਿੱਚ AD ਬਰਾਬਰ AB, ਲਾਗਮੀਆਂ ਭੁਜਾਵਾਂ ਕੀ ਹੋ ਗਈਆਂ, ਬਰਾਬਰ ਹੋ ਗਈਆਂ। ਤਾਂ ਇਹਦਾ ਮਤਲਬ ਉਹ ਚਤੁਰਭੁਜ ਕੀ ਹੋ ਗਈ ਆਪਣੇ ਕੋਲੇ, ਕਿਹੜੀ ਚਤੁਰਭੁਜ ਬਣ ਗਈ, ਸਮ ਚਤੁਰਭੁਜ ਬਣ ਗਈ। ਤਾਂ ਇਹ ਰਿਹਾ ਆਪਣਾ ਦੇਖੋ ਟੌਪਿਕ ਸਮ ਚਤੁਰਭੁਜ ਦਾ। ਹੁਣ ਨੈਕਸਟ ਜੋ ਆਪਾਂ ਗੱਲ ਕਰਦੇ ਹਾਂ, ਆਪਾਂ ਗੱਲ ਕਰਨੀ ਹੈ ਵਰਗ ਦੀ। ਹੁਣ ਜਿਹੜੀ ਚੌਥੀ ਚਤੁਰਭੁਜ ਹੈ ਆਪਾਂ ਹੁਣ ਉਸ ਤੇ ਗੱਲ ਕਰਦੇ ਹਾਂ। ਵਰਗ ਦੀ ਖਾਸੀਅਤ ਦੇਖੋ, ਵਰਗ ਜੋ ਆਪਾਂ ਹੁਣ ਤੱਕ ਕੀਤਾ ਹੈ ਸਾਰਾ ਮਿਕਸ ਹੋ ਗਿਆ। ਦੇਖੋ ਕੀ ਕੀਤਾ ਹੈ, ਸਮਾਂਤਰ ਚਤੁਰਭੁਜ ਖਾਸੀਅਤ ਮੈਂ ਦੁਬਾਰਾ ਲਿਖ ਰਿਹਾ, ਸਨਮੁਖ ਭੁਜਾਵਾਂ ਬਰਾਬਰ ਜਾਂ ਸਮਾਂਤਰ, ਜਾਂ ਇੱਕ ਪਰਿਭਾਸ਼ਾ ਜਾਂ ਆਪਾਂ ਕਹਿ ਸਕਦੇ ਹਾਂ ਪ੍ਰੋਪਰਟੀ, ਵਿਕਰਨ ਇੱਕ ਦੂਜੇ ਨੂੰ ਸਮਦੁਭਾਜਿਤ। ਇਹ ਆਪਣੇ ਕੋਲ ਕੀ ਸੀ, ਸਮਾਂਤਰ ਚਤੁਰਭੁਜ। ਆਇਤ ਦੀ ਗੱਲ ਕੀਤੀ, ਆਇਤ ਕੀ ਸੀ, ਸਮਾਂਤਰ ਚਤੁਰਭੁਜ। ਹੁਣ ਉਹ ਇਸ ਪਰਿਭਾਸ਼ਾ ਨਾਲ ਵੀ ਹੋ ਸਕਦੀ ਹੈ, ਇਹਦੇ ਨਾਲ ਵੀ ਹੋ ਸਕਦੀ ਹੈ, ਇਹਦੇ ਨਾਲ ਵੀ ਹੋ ਸਕਦੀ ਹੈ, ਤਿੰਨਾਂ ਚੋਂ ਕਿਸੇ ਨਾਲ ਵੀ ਹੋ ਸਕਦੀ ਹੈ। प्लस एक कोण 90, ਇਹ ਆਪਣੇ ਕੋਲ ਕੀ ਸੀ, ਆਇਤ ਸੀ। ਉਦੋਂ ਬਾਅਦ ਆ ਗਿਆ ਆਪਣੇ ਕੋਲੇ ਥਰਡ ਸਮ ਚਤੁਰਭੁਜ ਜਿਸ ਤੇ ਆਪਾਂ ਗੱਲ ਕੀਤੀ ਸੀ ਰੋਮਬਸ ਤੇ। ਇਹ ਕੀ ਸੀ, ਸਮਾਂਤਰ ਚਤੁਰਭੁਜ ਪਲੱਸ ਲਾਗਮੀਆਂ ਭੁਜਾਵਾਂ ਬਰਾਬਰ। ਆਪਾਂ ਇਹੀ ਗੱਲ ਕੀਤੀ ਹੈ ਨਾ, यही गल की है। आ सी अपने कोले। हुण खासियत मैं नाल दे देखो चीज़ां दस रहा, कोण 90 करके विकर्ण बराबर सी,
ਲਾਗਵੀਆਂ ਭੁਜਾਂ ਕਰਕੇ ਵਿਕਰਨ 90 ਡਿਗਰੀ ਤੇ ਸਮਦੋਭਾਜਿਤ ਸੀ। ਸਮਦੋਭਾਜਿਤ ਤਾਂ ਪਹਿਲਾਂ ਸੀ, ਉਹ 90 ਡਿਗਰੀ ਤੇ ਹੋ ਗਿਆ। ਆ ਤਿੰਨ ਹੋ ਗਏ, ਇਹਨਾਂ ਨੂੰ ਕੰਬਾਈਨ ਕੀਤਾ ਵਰਗ। ਵਰਗ ਕੀ ਹੈ ਦੇਖੋ ਹੁਣ, ਵਰਗ ਦੀ ਪਰਿਭਾਸ਼ਾ ਸਮਚਤੁਰਭੁਜ ਜਿਸ ਦਾ ਇੱਕ ਕੋਣ 90 ਹੋਵੇ, ਇਹ ਕੀ ਹੋ ਗਿਆ ਆਪਣੇ ਕੋਲੇ ਵਰਗ। ਜਾਂ ਆਇਤ ਜਿਸ ਦੀਆਂ ਲਾਗਵੀਆਂ ਭੁਜਾਵਾਂ ਬਰਾਬਰ ਹੋਣ, ਇਹ ਵਰਗ ਹੋ ਗਿਆ। ਦੇਖੋ ਤਾਂ ਫਿਰ ਇੱਥੇ ਕੀ ਆ ਗਿਆ, ਇੱਕ ਤਾਂ ਆ ਗਿਆ ਸਮਚਤੁਰਭੁਜ, ਗੱਲ ਇੱਕੋ ਹੀ ਹੈ। ਇੱਕ ਆ ਗਿਆ ਇੱਕ ਕੋਣ 90, ਇਹੀ ਹੈ। ਸਮਚਤੁਰਭੁਜ ਕਿਵੇਂ ਸੀ, ਸਮਾਂਤਰ ਪਲਸ ਲਾਗਵੀਆਂ। ਇਹਦੇ ਵਿੱਚ ਆ ਗਿਆ ਸਮਾਂਤਰ ਚਤੁਰਭੁਜ ਤੇ ਲਾਗਵੀਆਂ ਭੁਜਾਵਾਂ। ਤਾਂ ਤਿੰਨੋਂ ਸ਼ਰਤਾਂ ਹੋ ਗਈਆਂ, ਪਹਿਲੀ ਆਹ, ਦੂਸਰੀ ਲਾਗਵੀਆਂ ਭੁਜਾਵਾਂ, ਤੀਸਰੀ ਇੱਕ ਕੋਣ 90। ਇਸ ਪਰਿਭਾਸ਼ਾ ਦੇ ਅਕੋਰਡਿੰਗ ਇੱਕ ਤਾਂ ਇਹ ਆਇਤ ਹੋ ਗਈ, ਇੱਕ ਹੈ ਲਾਗਵੀਆਂ ਭੁਜਾਵਾਂ ਬਰਾਬਰ, ਇਹੀ ਹੋ ਗਿਆ ਨਾ। ਹੁਣ ਜੇ ਮੈਂ ਆਇਤ ਦੀ ਗੱਲ ਕਰਾਂ, ਆਇਤ ਕੀ ਹੈ, ਸਮਾਂਤਰ ਚਤੁਰਭੁਜ ਅਤੇ ਇੱਕ ਕੋਣ 90। ਤਾਂ ਫਿਰ ਵਰਗ ਸਿੱਧ ਕਰਨ ਦੇ ਲਈ ਪਹਿਲਾਂ ਸਮਾਂਤਰ ਚਤੁਰਭੁਜ, ਇੱਕ ਕੋਣ 90 ਤੇ ਲਾਗਵੀਆਂ। ਦੇਖੋ ਗੱਲ ਇੱਕੋ ਹੀ ਹੈ। ਸਮਾਂਤਰ ਚਤੁਰਭੁਜ ਇੱਥੇ ਇੱਕ ਕੋਣ 90 ਪਹਿਲਾਂ ਆ ਗਿਆ, ਇੱਥੇ ਬਾਅਦ ਚ ਆ ਗਿਆ, ਇੱਥੇ ਲਾਗਵੀਆਂ ਭੁਜਾਵਾਂ ਬਰਾਬਰ ਬਾਅਦ ਚ ਆ ਗਿਆ ਪਹਿਲਾਂ। ਤਾਂ ਗੱਲ ਇੱਕੋ ਹੀ ਹੈ। ਆਪਾਂ ਤਿੰਨਾਂ ਚੀਜ਼ਾਂ ਨੂੰ ਉਰੇ ਸਿੱਧ ਕਰਨਾ ਹੈ, ਉਹ ਆਪਣੇ ਕੋਲ ਕੀ ਬਣ ਗਿਆ, ਵਰਗ ਬਣ ਗਿਆ। ਤੇ ਜੋ ਤਿੰਨੋਂ ਚੀਜ਼ਾਂ ਆ ਗਈਆਂ ਤਾਂ ਵਿਕਰਨ ਵੀ ਇਹ ਚ ਬਰਾਬਰ ਨੇ, ਇਹਦੇ ਵਿੱਚ ਵਿਕਰਨ 90 ਡਿਗਰੀ ਤੇ ਵੀ ਸਮਦੋਭਾਜਿਤ ਨੇ। ਆਪਣੇ ਕੋਲ ਫਿਰ ਕੀ ਹੋ ਗਿਆ, ਵਰਗ ਸਮਾਂਤਰ ਚਤੁਰਭੁਜ ਵੀ ਹੋ ਗਈ, ਆਇਤ ਵੀ ਹੋ ਗਿਆ ਅਤੇ ਸਮਚਤੁਰਭੁਜ ਵੀ ਹੋ ਗਈ। ਤਾਂ ਫਿਰ ਵਰਗ ਸਿੱਧ ਕਰਨ ਦੇ ਲਈ ਆਪਾਂ ਕੀ ਸਿੱਧ ਕਰਾਂਗੇ, ਸਮਾਂਤਰ ਚਤੁਰਭੁਜ, ਲਾਗਵੀਆਂ ਭੁਜਾਵਾਂ ਅਤੇ ਇੱਕ ਕੋਣ 90 ਡਿਗਰੀ। ਤੇ ਹੁਣ ਆਪਾਂ ਇਹਦੇ ਰਿਜ਼ਲਟਸ ਤੇ ਗੱਲ ਕਰਦੇ ਹਾਂ। ਦੇਖੋ ਕਿਵੇਂ ਕਰੀਏ। ਤਾਂ ਕੁਐਸਚਨ ਹੈ ਆਪਣੇ ਕੋਲੇ, ਜਾਂ ਕਹਿ ਸਕਦੇ ਹਾਂ ਰਿਜ਼ਲਟ ਹੈ, ਦਰਸਾਓ ਕਿ ਵਰਗ ਦੇ ਵਿਕਰਨ ਬਰਾਬਰ ਹੁੰਦੇ ਹਨ ਅਤੇ ਵਿਕਰਨ ਆਪਸ ਵਿੱਚ 90 ਡਿਗਰੀ ਤੇ ਸਮਦੋਭਾਜਿਤ ਕਰਦੇ ਹਨ। ਆਪਣੇ ਕੋਲੇ ਆ ਕੁਐਸਚਨ ਹੈ। ਸਭ ਤੋਂ ਪਹਿਲਾ ਪਾਰਟ ਆਪਾਂ ਵਿਕਰਨ ਬਰਾਬਰ ਦੀ ਗੱਲ ਕਰਦੇ ਹਾਂ। ਇੱਕ ਵਰਗ ਲੈ ਲਿਆ ABCD। ਵਰਗ ਦੀ ਖਾਸੀਅਤ ਚਾਰੋਂ ਕੋਣ 90, ਚਾਰੇ ਭੁਜਾਵਾਂ ਬਰਾਬਰ। ਆਪਾਂ ਨੂੰ ਵਿਕਰਨ ਚਾਹੀਦਾ AC ਅਤੇ BD, O ਤੇ ਕੱਟ ਰਿਹਾ। ਤਾਂ ਸਭ ਤੋਂ ਹੁਣ ਪਹਿਲੇ ਭਾਗ ਦੀ ਗੱਲ ਕਰਾਂਗੇ। ਕੀ ਹੈ, ਵਿਕਰਨ ਬਰਾਬਰ ਨੇ। ਤਾਂ ਫਿਰ ਕੀ ਕਰਾਂਗੇ, ਸਰਵੰਗ ਸਮਤਾ। ਕਿਹਦੀ, ਤਿਕੋਣ ABD ਅਤੇ ABC। ਸੇਮ ਕੁਐਸਚਨ ਹੈ ਜਿਹੜਾ ਆਪਾਂ ਆਇਤ ਵਾਲਾ ਕੀਤਾ ਸੀ ਪਿਛਲੇ ਲੈਕਚਰ ਦੇ ਵਿੱਚ, ਕਿ ਆਇਤ ਦੇ ਵਿਕਰਨ ਬਰਾਬਰ। ਬਿਲਕੁਲ ਸੇਮ ਟੌਪਿਕ ਚੱਲ ਰਿਹਾ। ਤਾਂ ਕਿਹੜੀ ਤਿਕੋਣ ਬਣ ਗਈ, ਤਿਕੋਣ ABD ਅਤੇ ਤਿਕੋਣ BAC ਵਿੱਚ AD ਬਰਾਬਰ BC, ਕਿਉਂਕਿ ਵਿਕਰਨ ਦੀ ਵਰਗ ਦੀਆਂ ਜਿਹੜੀਆਂ ਭੁਜਾਵਾਂ ਨੇ ਉਹ ਕੀ ਨੇ, ਬਰਾਬਰ ਨੇ। ਨੰਬਰ 2 AB ਸਾਂਝਾ ਹੋ ਗਿਆ। ਦੇਖੋ AB ਬਰਾਬਰ BA ਲਿਖ ਦੋ ਜਾਂ AB ਲਿਖ ਦੋ ਸਾਂਝਾ। ਤੀਸਰਾ ਕੋਣ ਕੀ ਹੋ ਗਿਆ, 90। ਕੋਣ A ਬਰਾਬਰ ਕੋਣ B 90 ਡਿਗਰੀ। ਕਿਉਂ ਹੈ, ਕਿਉਂਕਿ ਵਰਗ ਹੈ। ਵਰਗ ਦੀ ਪਰਿਭਾਸ਼ਾ ਕੀ ਹੈ, ਹਰੇਕ ਕੋਣ ਕੀ ਹੁੰਦਾ ਹੈ, 90 ਦਾ। ਤੇ ਤਿਕੋਣਾ ਹੋ ਗਈਆਂ ਸਰਵੰਗ ਸਮ ਵਿਦ SAS ਨਾਲ। ਜੇ ਤਿਕੋਣਾ ਸਰਵੰਗ ਸਮ ਨੇ ਤਾਂ ਜਿਹੜੇ ਇਹਦੇ ਸੰਗਤ ਭਾਗ ਨੇ BD ਤੇ AC ਉਹ ਵੀ ਕੀ ਹੋ ਗਏ, ਬਰਾਬਰ ਹੋ ਗਏ। ਤੇ ਅਸਲ ਦੇ ਵਿੱਚ ਫਿਰ ਕੀ ਹੋ ਗਿਆ, ਜਿਹੜੇ ਵਿਕਰਨ ਨੇ
वो की हो गए बराबर। ये हो गया अपना पहला पार्ट। दूसरा कहते विकर्ण आपस विच 90 डिग्री के समदुभाजित करते हैं। हुण दूसरे पार्ट दे विच दो क्वेश्चन है। की क्वेश्चन है? पहला क्वेश्चन तो हैगा विकर्ण समदुभाजित करते हैं, देखो जिहड़ा आपां सिद्ध करना है, ते दूसरा सिद्ध करना है विकर्ण 90 डिग्री ते समदुभाजित करते हैं। आपां दो चीज़ां सिद्ध करनियां ने। पहला वर्ग की खासियत, वर्ग की है? समांतर चतुर्भुज। देखो हल ABCD वर्ग है, यही दिता ना आपां नूं। जे वर्ग है इसलिए ABCD की हो गया एक समांतर चतुर्भुज है, क्योंकि वर्ग की परिभाषा की है? ओह समचतुर्भुज जिसका हरेक को 90 होवे ते समचतुर्भुज दे मतलब की होगा? वो समांतर चतुर्भुज। तो जो ABCD की होगी अपने को समांतर चतुर्भुज होगी, तो आपां नूं पता है समांतर चतुर्भुज दे विकर्ण आपस विच समदुभाजित करते हैं, इसलिए ABCD दे विकर्ण आपस विच समदुभाजित करते हैं। पहला पार्ट क्लियर हो गया। दूसरा 90 डिग्री ते ये अपना पिछला फिर वही सम चतुर्भुज वाला क्वेश्चन बन गया। की करांगे फिर आपां आ दो त्रिकोणां नूं सर्वांग सम सिद्ध कर दांगे। त्रिकोण AOD अते त्रिकोण AOB विच AD बराबर है AB, क्योंकि वर्ग दीयां भुजावां की हुंदियां ने बराबर। AO किहदे बराबर आ गया? AO इत्थे लिख सकते हो तुसीं वर्ग दीयां भुजावां। ए हो गया सांझा, विकर्ण एक दूजे नूं बराबर भागां 'च वंडदे ने, तो OD बराबर है OB। तो इसलिए त्रिकोणां हो गईयां सर्वंग सम S दे नाल। त्रिकोणां सर्वंग सम हो गया, तो फिर इहदा मतलब पूरे आपां नाम दे लैंदे आ। कोण 1 बराबर कोण 2 CPCT बिल्कुल सेम चल रहा देखो, परंतु BD एक सरल रेखा है या सीधी रेखा है? जो सीधी रेखा है तो 1 + 2 बराबर है 180, रेखी जोड़ा। तो जे 180 ने आ दोनों बराबर ने, तो फिर यदा मतलब की हो गया 2 कोण 1 बराबर 180 कोण 1 बराबर 180 वटा 2 90, तो सारे की हो गए 90 डिग्री हो गए। इत्थे तो मैं हल किया। की ਇਹਦਾ कोई होर ऑल्टरनेट लभ सकते हैं? आप सोच के देखो कि वाकई ਇਹਦਾ कोई होर ऑल्टरनेट हैगा भी ਆਪਾਂ ਨੂੰ ਜੇ हल करने की लोड़ ना पवे। देखो ध्यान नाल हुण जिवें मैं इत्थे लिखिਆ है ABCD वर्ग है ताही वो समांतर चतुर्भुज है। कि आप लिख सकते हैं कि जे ABCD वर्ग है तो इसलिए ABCD सम चतुर्भुज है, हाँ या ना? लिख सकते हैं? लिख सकते हैं, क्योंकि यदि परिभाषा है। तो जे सम चतुर्भुज हो गए तो यदा मतलब आप की किया है, जेड़े ये विकर्ण ने 90 डिग्री ते समदुभाजित करते हैं, क्योंकि ये सारा आप देखो सम चतुर्भुज वाला किया है, तो ये करने की लोड़ नहीं हैगी। तुसीं डायरैक्ट लिख सकते हो। ऑल्टर दे रहा हूं तुहानूं मैं इत्थे करन लई क्वेश्चन का। ABCD वर्ग है इसलिए ABCD की हो गया? एक सम चतुर्भुज हो गया। तो सम चतुर्भुज के विकर्ण 90 डिग्री ते की करते हैं? समदुभाजित करते हैं। क्वेश्चन इन्ने च खत्म हो जाऊगा अपना। हाँ जी, जिवें इत्थे लिखिਆ है उवें आपां डायरैक्ट उत्थे भी लिख सकते हैं, क्योंकि जो वर्ग बनया सम चतुर्भुज तो बनया है, तो एक सम चतुर्भुज है। जो सम चतुर्भुज है तो वो विकर्ण की होणगे 90 डिग्री ते समदुभाजित करनगे। तो ये लिए आपां सारा हल करने की लोड़ नहीं हैगी, आपां डायरैक्ट भी वो लिख सकते हैं। तो दोस्तों ये तुहाडे ते है, तुसीं इहनूं किवें समझना चाहते हो। तो यह अपना टॉपिक है जिस ते आपां स्टडी करनी है। मैं दोबारा डिटेल च दसदा, है कुछ नहीं। देखो कॉन्सैप्ट सारा इको ही चल रहा है। देखो की किता, सब तो पहला आई अपने कोले समांतर चतुर्भुज, पैरेललोग्राम। पैरेललोग्राम की खासियत देखो की आई, सन्मुख भुजावां बराबर पहली जां सन्मुख भुजावां समांतर, जां
एक होर जोड़ी आप इस क्वेश्चन च विकर्ण एक दूजे नूं समदुभाजित, यह अपने कोले होगी समांतर चतुर्भुज। फिर आयत आई जो इसे दा पार्ट सी। एक आयत की सी? समांतर चतुर्भुज जिहदा एक कोण 90, आयत बन गई। दूसरा आया समचतुर्भुज। समचतुर्भुज आया, की खासियत सी? समांतर चतुर्भुज जिस दियां लागवियां भुजावां बराबर, यही बनया ना। दैन इन्हां दोहां नूं मिक्स करके अपने कोल बनया वर्ग। की बनया? समचतुर्भुज दा एक कोण 90 तां वर्ग, समांतर चतुर्भुज अते एक कोण 90 दियां लागवियां भुजावां बराबर, तो वह हो गया अपने कोले वर्ग। तो ये चार चीज़ां अपने कोले आए चलणगियां जिस ते आप अगले टॉपिक च गल करांगे। या इहनूं समझना सौखा है। हुण इत्थे कोण 90 है, देखो एक चीज़ होर दस दिना तुहाडे काम आ जानी है। एक कोण 90 है तो इस करके विकर्ण बराबर ने, तो फिर जिथे कोण 90 है होर कित्थे आ गया? इत्थे आ गया, तो इहदे भी विकर्ण की हो गए? बराबर हो गए। दूसरा की किता सी? जिहदियां लागवियां भुजावां बराबर ने, विकर्ण 90 डिग्री ते समदुभाजित है, वो इहदियां भी ने। तो फिर इन्हां दोहां दे विकर्ण बराबर, क्योंकि दोहां च 90 डिग्री का कोण है। इन्हां दोहां दे विकर्ण एक दूजे नूं समदुभाजित करते हैं 90 डिग्री ते, क्योंकि इन्हां दोहां दे विच लागवियां भुजावां की हो गईयां? की हो गया? लागवियां भुजावां बराबर। तो यह सी दोस्तों अपनी चतुर्भुज की कंप्लीट इंट्रोडक्शन। एक पिछले लैक्चर च गल की है, एक आप इस लैक्चर च गल की है। हुण इस तो बाद आप क्वेश्चन से गल करांगे। थैंक यू।